हाँ जी बच्चे, प्रोडक्ट चैप्टर विच नैक्सट टॉपिक हैगा अपना गुड्स कर लिया सीगा आपां, सर्विस। ठीक है, सर्विस एज अ प्रोडक्ट। सर्विस तुहानूं पता ही है राजे इनटेंजिबल हुंदी है ना, आपां इहनूं देख नहीं सकते, छू नहीं सकते, ये बस हाँ इनटेंजिबल हुंदी है ना। सो इनू इहदे लई आपां की एग्जाम्पल लै सकते हैं, लाइक जिवें आपां कार दी उदों एग्जाम्पल लित्ती सी लास्ट लैक्चर विच कि जिहड़ा डैमोनस्ट्रेशन दिंदे हैं कार दा है ना, या टैस्ट ड्राइव दिंदे हैं, वो की हुंदी एक तरह की सर्विस हुंदी है। फिर जे कार लोन दिंदे हैं है ना, जित्तों आपां परचेज करदे हैं जिहड़ी एजेंसी तो, ਤਾਂ ਉਹ ਵੀ ਕੀ ਇੱਕ ਤਰ੍ਹਾਂ ਦੀ ਜਿਹੜੀ ਕ੍ਰੈਡਿਟ ਡਿਲੀਵਰੀ ਉਹ ਦੇ ਰਹੇ ਹੋ ਕੀ ਹੈ, ਸਰਵਿਸ ਹੈ। ਦੈਨ ਉਸ ਤੋਂ ਬਾਅਦ ਜਿਹੜੀ ਮੇਨਟੇਨੈਂਸ ਦਿੰਦੇ ਹੈ, ਰਿਪੇਅਰ ਦਿੰਦੇ ਹੈ, ਜਾਂ ਕੋਈ ਸਪੇਅਰ ਪਾਰਟ ਦਿੰਦੇ ਹੈ, ਠੀਕ ਹੈ, ਸਾਰੀਆਂ ਚੀਜ਼ਾਂ ਕਿਹਦਾ ਪਾਰਟ ਬਣਦੀਆਂ, ਸਰਵਿਸ ਦਾ ਪਾਰਟ ਬਣਦੀਆਂ। ਠੀਕ ਹੈ, ਸਰਵਿਸ ਨੂੰ ਰਾਜੇ ਜੇ ਆਪਾਂ ਅਲੱਗ ਤੋਂ ਮੈਂਸ਼ਨ ਕਰਦੇ ਹਾਂ, ਜਿਵੇਂ ਹੁਣ ਡਾਕਟਰ ਦੀਆਂ ਸਰਵਿਸਿਜ਼ ਜਾਂ ਲਾਇਰ ਦੀਆਂ ਸਰਵਿਸਿਜ਼ ਹੈ ਨਾ, ਅਤੇ ਉਹਦੇ ਵਿੱਚ ਕੀ ਆ ਜਾਂਦਾ, ਇੱਕ ਸਪੈਸ਼ਲਾਈਜ਼ਡ ਨੌਲੇਜ ਆ ਜਾਂਦੀ ਹੈ ਕਿ ਬੰਦੇ ਕੋਲ ਜੇ ਕੋਈ ਸਪੈਸ਼ਲ ਐਜੂਕੇਸ਼ਨ ਹੈ ਜਾਂ ਸਪੈਸ਼ਲ ਐਕਸਪੀਰੀਅੰਸ ਹੈ, ਉਹਦੇ ਬੇਸ 'ਤੇ ਆਪਣੀਆਂ ਸਰਵਿਸਿਜ਼ ਦੇ ਸਕਦਾ ਹੈ ਨਾ। ਹੁਣ ਡਾਕਟਰ ਜਿਹੜਾ ਆਪਾਂ ਨੂੰ ਟੈਸਟ ਕਰਦਾ ਹੈ, ਚੈੱਕ ਕਰਦਾ, ਠੀਕ ਹੈ, ਐਨਾਲਾਈਜ਼ ਕਰਦਾ ਆਪਣੀ ਬੋਡੀ ਨੂੰ, ਆਪਾਂ ਉਹਨੂੰ ਪ੍ਰੋਡਕਟ ਦਾ ਨਾਮ ਨਹੀਂ ਦੇ ਸਕਦੇ, ਉਹਨੂੰ ਆਪਾਂ ਕੀ ਰੈਫਰ ਕਰਦੇ ਐਜ਼ ਅ ਸਰਵਿਸ। ਠੀਕ ਹੈ, ਸੋ ਜ਼ਿਆਦਾ ਡਿਟੇਲਸ ਜਾਣ ਦੀ ਆਈ ਡੋਂਟ ਥਿੰਕ ਸੋ ਇੰਨੀ ਰਿਕੁਆਇਰਮੈਂਟ ਆ, ਤੁਹਾਨੂੰ ਪਤਾ ਹੀ ਆ ਹੈ ਨਾ। ਇਹਨੂੰ ਇੱਥੇ ਜਿਹੜਾ ਮੇਜਰਲੀ ਇੱਥੇ ਜਿਹੜੀ ਆ ਸਰਵਿਸ ਲਿਖੀ ਹੋਈ ਹੈ ਨਾ, ਇਹਨੂੰ ਕਿਤੇ ਹਿਸਾਬ ਨਾਲ ਲਿਖਿਆ ਹੋਇਆ ਪ੍ਰੋਡਕਟ ਨਾਲ ਲਿੰਕ ਕਰਕੇ, ਕਿ ਪ੍ਰੋਡਕਟ ਨਾਲ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਠੀਕ ਹੈ, ਤਾਂ ਕਿ ਪ੍ਰੋਡਕਟ ਦਾ ਐਕਸਪੀਰੀਅੰਸ ਇਨਹੈਂਸ ਹੋਵੇ। ਜਿਵੇਂ ਆਪਾਂ ਕਾਰ ਦੀ ਐਗਜ਼ਾਮਪਲ ਹੀ ਲਿੱਤੀ ਸੀਗੀ, ਤਾਂ ਇੱਥੇ ਪ੍ਰੋਡਕਟ ਕੀ ਹੈ, ਕਾਰ, ਪਰ ਜਿਹੜੀ ਉਹਦੇ ਨਾਲ ਟੈਸਟ ਡਰਾਈਵ ਮਿਲੀ ਹੈ, ਕ੍ਰੈਡਿਟ ਫੈਸਿਲਿਟੀਜ਼ ਮਿਲੀਆਂ, ਦੈਨ ਮੇਨਟੇਨੈਂਸ ਮਿਲੀ ਹੈ, ਰਿਪੇਅਰ ਮਿਲੀ ਹੈ, ਇੰਸ਼ੋਰੈਂਸ ਦਿੱਤੀ ਹੈ, ਸਾਰੀਆਂ ਕੀ ਨੇ, ਸਰਵਿਸਿਜ਼ ਨੇ। ਠੀਕ ਹੈ, ਕਾਹਦੇ ਲਈ ਦਿੱਤੀਆਂ ਗਈਆਂ, ਪ੍ਰੋਡਕਟ ਦਾ ਐਕਸਪੀਰੀਅੰਸ ਇਨਹੈਂਸ ਕਰਨ ਲਈ, ਠੀਕ ਹੈ, ਉਹਦੀ ਜ਼ਿਆਦਾ ਸੈਟਿਸਫੈਕਸ਼ਨ ਕਰਾਉਣ ਲਈ। ਠੀਕ ਹੈ, ਨੈਕਸਟ ਟੋਪਿਕ ਵਿੱਚ ਦੇਖੋ ਰਾਜੇ ਡਿਸਟਿੰਗੁਇਸ਼ ਦਿੱਤਾ ਹੋਇਆ, ਠੀਕ ਹੈ, ਡਿਫਰੈਂਸ ਕੀ ਹੈ ਪ੍ਰੋਡਕਟ ਐਂਡ ਸਰਵਿਸ ਵਿੱਚ। ਠੀਕ ਹੈ, ਇਹ ਐਡਾ ਕੋਈ ਖਾਸ ਟੋਪਿਕ ਹੈ ਨਹੀਂ ਗਾ, ਠੀਕ ਹੈ, ਇੰਪੋਰਟੈਂਟ ਵੀ ਨਹੀਂ ਹੈ ਜੇ ਮੈਂ ਤੁਹਾਨੂੰ ਕਹਾਂ ਤਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਬਟ ਸਟਿਲ ਤੁਸੀਂ ਇੱਕ ਵਾਰੀ ਆਪਾਂ ਗੋ ਥਰੂ ਹੋ ਲੈਂਦੇ ਹਾਂ। ਠੀਕ ਹੈ, ਫਸਟ ਪੁਆਇੰਟ ਹੈ ਰਾਜੇ ਟੈਂਜੀਬਲ ਇਨਟੈਂਜੀਬਲ। ਟੈਂਜੀਬਲ ਕਿਹੜੀ ਚੀਜ਼ ਹੁੰਦੀ ਹੈ, ਪ੍ਰੋਡਕਟ ਹੁੰਦਾ, ਇਨਟੈਂਜੀਬਲ ਕੀ ਹੁੰਦਾ, ਸਰਵਿਸ ਹੁੰਦੀ ਹੈ। ਠੀਕ ਹੈ, ਹੋਮੋਜੈਨਿਟੀ ਵਰਸਿਸ ਹੀਟਰੋਜੈਨਿਟੀ। ਜਿਹੜਾ ਪ੍ਰੋਡਕਟ ਹੁੰਦੇ ਆ ਕੀ ਹੁੰਦੇ ਆ, ਹੋਮੋਜੀਨੀਅਸ ਹੁੰਦੇ ਆ, ਇੱਕੋ ਜਿਹੇ ਹੁੰਦੇ ਆ, ਪਰ ਜਿਹੜੀਆਂ ਸਰਵਿਸਿਜ਼ ਹੁੰਦੀਆਂ ਉਹ ਡਿਫਰੈਂਟ ਹੁੰਦੀਆਂ। ਠੀਕ ਹੈ, ਜਿਵੇਂ ਹੁਣ ਪੇਂਟਿੰਗ ਦੀ ਆਪਾਂ ਗੱਲ ਕਰੀਏ ਹੈ ਨਾ, ਪੇਂਟਰ ਜਿਹੜਾ ਪੇਂਟਿੰਗ ਕਰਦਾ ਤਾਂ ਉਹਦੀ ਜਿਹੜੀ ਸਰਵਿਸ ਹੈ ਪੇਂਟਿੰਗ ਹੈ ਨਾ, ਤਾਂ ਉਹ ਕੀ ਹੈ, ਡਿਫਰੈਂਟ ਹੋਊਗੀ। ਡਾਕਟਰ ਦੀਆਂ ਜਿਹੜੀਆਂ ਸਰਵਿਸਿਜ਼ ਹੈ ਐਨਾਲਾਈਜ਼ ਕਰਨ ਦੀਆਂ, ਉਹ ਕੀ ਹੈ, ਡਿਫਰੈਂਟ ਹੋਣਗੀਆਂ ਡਿਪੈਂਡਿੰਗ ਅਪੋਨ ਦਾ ਕਸਟਮਰ। ਠੀਕ ਹੈ, ਸੋ ਪ੍ਰੋਡਕਟ ਕੀ ਹੁੰਦੇ ਆ, ਮੇਜਰਲੀ ਹੋਮੋਜੈਨਿਟੀਕਲ, ਅਤੇ ਸਰਵਿਸਿਜ਼ ਕੀ ਹੁੰਦੀਆਂ, ਹੀਟਰੋਜੈਨਿਕਲ, ਚੇਂਜ ਹੁੰਦੀਆਂ। ਠੀਕ ਹੈ, ਨੈਕਸਟ ਰਾਜੇ ਸੈਪਰੇਸ਼ਨ ਐਂਡ ਸਾਈਮਲਟੈਨਿਟੀ, ਕਿ ਜਿਹੜੇ ਪ੍ਰੋਡਕਟ ਹੁੰਦੇ ਨੇ, ਠੀਕ ਹੈ, ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ, ਅਤੇ ਜਿਹੜੀਆਂ ਸਰਵਿਸ ਹੁੰਦੀ ਹੈ, ਠੀਕ ਹੈ, ਉਹਦੇ ਨਾਲ ਐਜ਼ ਸੱਚ ਜ਼ਰੂਰੀ ਨਹੀਂ ਹੈ ਕਿ ਕੋਈ ਪ੍ਰੋਡਕਟ ਜੁੜਿਆ ਵੀ ਹੋਵੇ। ਠੀਕ ਹੈ, ਲਾਈਕ ਜਿਵੇਂ ਆਪਾਂ ਕਾਰ ਦੀ ਐਗਜ਼ਾਮਪਲ ਲੈਂਦੇ ਹਾਂ, ਕਿ ਇਹਦੇ ਵਿੱਚ ਕੀ ਹੈ, ਕਾਰ ਦੇ ਨਾਲ ਕਾਰ ਦਾ ਜਿਹੜਾ ਪ੍ਰੋਡਕਟ ਹੈ ਕਾਰ ਹੈ ਨਾ, ਇਹਦੇ ਨਾਲ ਸਰਵਿਸ ਜੁੜੀਆਂ ਹੋ ਸਕਦੀਆਂ ਹੈ ਨਾ, ਬਟ ਜ਼ਰੂਰੀ ਨਹੀਂ ਕਿ ਹਰ ਸਰਵਿਸ ਨਾਲ ਪ੍ਰੋਡਕਟ ਵੀ ਹੋਵੇ। ਠੀਕ ਹੈ, ਮਤਲਬ ਇਹਨਾਂ ਦਾ ਇੱਕ ਦੂਜੇ ਨਾਲ ਲਿੰਕ ਦੱਸਿਆ ਗਿਆ ਕਿ ਪ੍ਰੋਡਕਟ ਨਾਲ ਸਰਵਿਸਿਜ਼ ਹੁੰਦੀਆਂ, ਠੀਕ ਹੈ, ਜ਼ਿਆਦਾਤਰ ਕੇਸਿਸ ਵਿੱਚ, ਬਟ ਸਰਵਿਸ ਨਾਲ ਪ੍ਰੋਡਕਟ ਨਹੀਂ ਹੁੰਦੇ। ਠੀਕ ਹੈ, ਦੈਨ ਰਾਜੇ ਐਂਟੀਟੀ ਵਰਸਿਸ ਐਕਟੀਵਿਟੀ। ਜਿਹੜਾ ਪ੍ਰੋਡਕਟ ਹੈ, ਠੀਕ ਹੈ, ਉਹ ਕੀ ਹੈ, ਇੱਕ ਤਰ੍ਹਾਂ ਦੀ ਐਂਟੀਟੀ ਹੈ, ਜਿਹੜੀ ਸਰਵਿਸ ਹੈ ਉਹ ਕੀ ਹੈ, ਐਕਟੀਵਿਟੀ ਹੁੰਦੀ ਹੈ। ਠੀਕ ਹੈ, ਫੈਕਟਰੀ ਪ੍ਰੋਡਕਸ਼ਨ ਵਰਸਿਸ ਇੰਟਰੈਕਸ਼ਨ ਪ੍ਰੋਡਕਸ਼ਨ। ਫੈਕਟਰੀ ਵਿੱਚ ਕਿਹੜੀ ਚੀਜ਼ ਬਣਦੀ ਹੈ, ਪ੍ਰੋਡਕਟ। ਠੀਕ ਹੈ, ਸੋ ਇਹ ਕਿਹਦੇ ਨਾਲ ਰਿਲੇਟਡ ਹੈ, ਪ੍ਰੋਡਕਟ ਨਾਲ। ਇੰਟਰੈਕਸ਼ਨ ਕੀ ਹੈ, ਕਿ ਮਤਲਬ ਦੋ ਲੋਕ ਆਪਸ 'ਚ ਮਿਲਦੇ ਆ, ਫਿਰ ਉੱਥੇ ਸਰਵਿਸ ਹੁੰਦੀ ਹੈ ਨਾ। ਸੋ ਇੰਟਰੈਕਸ਼ਨ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ, ਸਰਵਿਸ 'ਚ ਹੁੰਦੀ ਹੈ। ਦੈਨ ਕਸਟਮਰ ਪਾਰਟੀਸਪੇਸ਼ਨ ਐਂਡ ਨਾਨ ਪਾਰਟੀਸਪੇਸ਼ਨ। ਠੀਕ ਹੈ, ਪ੍ਰੋਡਕਟ ਵਿੱਚ ਮੋਸਟਲੀ ਕਸਟਮਰ ਪਾਰਟੀਸਪੇਸ਼ਨ ਨਹੀਂ ਹੁੰਦੀ, ਵੇਅਰ ਸਰਵਿਸ 'ਚ ਕਸਟਮਰ ਦੀ ਪਾਰਟੀਸਪੇਸ਼ਨ ਚਾਹੀਦੀ ਹੈ। ਸਟਾਕ ਵਰਸਿਸ ਨਾਨ ਸਟਾਕ। ਪ੍ਰੋਡਕਟ ਨੂੰ ਆਪਾਂ ਸਟਾਕ ਕਰਕੇ ਰੱਖ ਸਕਦੇ ਹਾਂ, ਠੀਕ ਹੈ,
बट सर्विस नूं स्टॉक करके नहीं रखा जा सकता। ये वाला पॉइंट है स्टॉक वर्सिस नॉन स्टॉकिंग। ठीक है, प्रोडक्ट नूं स्टॉक करके रखा जा सकता, उहदे स्टोरस हुंदे उन्हां नूं इकट्ठा करके आपां रख सकते हैं, फ्यूचरली उन्हां नूं एडवांस च परचेज कर सकते हैं, बट आपां सेम चीज़ सर्विस के केस च नहीं कर सकते। ठीक है, नैक्सट देखो राजे ट्रांसफर एंड नॉन ट्रांसफरेबिलिटी ऑफ ओनरशिप। जिहड़ा प्रोडक्ट है ठीक है वो जो कस्टमर खरीद लैंदा तो उसकी ओनरशिप मैन्युफैक्चरर तो किहदे कोल चली जाती है, कस्टमर कोल। ठीक है, बट सर्विस के केस विच ये नहीं हुंदा। ठीक है, उहदे विच आपां सपरेशन ऑफ ओनरशिप का क्लॉज नहीं पा सकते। ठीक है, हुण आपां ये तो नहीं ना कह सकते कि मैं डॉक्टर तो चैक करवा के आया अपना बुखार नहीं कोई होर डिजीज़। ठीक है, तो हुण मैं तेरी चैक कर सकदा है ना, वो चीज़ पॉसीबल नहीं है ना। सो जी सर्विस होंदी है उहदी जिहड़ी ओनरशिप है वो आपां ट्रांसफर नहीं कर सकते, पर प्रोडक्ट दी कर सकते हैं। ठीक है, नैक्सट जिवें आपां क्लासीफिकेशन ऑफ प्रोडक्ट कीती सीगी। ठीक है, उवें इत्थे हुण अगे इन्हां ने सर्विस की क्लासीफिकेशन दित्ती हुई है। ये भी राजे दो बेस ते मेजरली डिवाइड कीते हैं, एक कंज्यूमर सर्विस प्रोडक्ट, ठीक है, एक है इंडस्ट्रीयल सर्विस प्रोडक्ट। कंज्यूमर सर्विस प्रोडक्ट की राजे आ एग्जाम्पल दी हुई है कि होटैल्स होंदे हैं। ठीक है, पर्सनल केयर सर्विसेज होंदी हैं, मैडिकल सर्विसेज, एजुकेशनल सर्विसेज, ट्रांसपोर्ट सर्विसेज। ठीक है, इंश्योरेंस सर्विसेज। ठीक है, किहड़ियां सर्विसेज ने जिहड़ियां डायरैक्ट किहनूं दित्तियां जांदियां, कंज्यूमर नूं। ठीक है, इन्हां विच की है कोई भी फर्दर प्रोसैसिंग नहीं होंदी। ठीक है, डायरैक्ट कंज्यूमर नूं मिलदी है, डायरैक्ट इन्हां दी सेल हुंदी है। ठीक है, इन्हां तो प्रॉफिट अराइज हुंदा है। इंडस्ट्रीयल सर्विस प्रोडक्ट किहड़े हुंदे आ राजे, जिहड़े इंडस्ट्री नूं दित्ते जांदे। ठीक है, फैक्टरीज नूं दित्ते जांदे हैं। ठीक है, ये भी एक तरह के कंज्यूमर ही होंगे, बट इन्हां दे कंज्यूमर कोई इंडिविजुअल नहीं होंदा। ठीक है, कौन होंदी है, फर्म्स होंदे ने, कॉरपोरेट हाउसिस होंदे ने। ठीक है, जिवें इहदे विच किहड़ियां आ गईयां, वेयर हाउस सर्विसेज आ गईयां, एडवरटाइजमेंट एंड प्रमोशन आ गया, इहदे विच भी इंश्योरेंस सर्विसेज है। ठीक है, जो तुसीं देखिया होवे कंज्यूमर विच भी सीगी इंश्योरेंस सर्विसेज ते ट्रांसपोर्ट सर्विसेज ते इहदे विच भी है। ठीक है, रिपीट हुंदियां ये। दैन कम्युनिकेशन सर्विसेज आ गया, फाइनैंशियल सर्विसेज, इंजीनियरिंग सर्विसेज। ठीक है, नैक्सट देखो राजे प्रोडक्ट लाइन पॉलिसी। प्रोडक्ट लाइन पॉलिसी राजे प्रोडक्ट लाइन ये मेजरली की हुंदा राजे कि एक कंपनी जिहड़ी क्लोज रिलेटिड प्रोडक्ट्स बनावे। ठीक है, वो प्रोडक्ट्स जिहड़े इक्को कस्टमर की सेम तरह की रिक्वायरमेंट नूं पूरा करन दी कैपेबिलिटी रखते होण, या वो इकट्ठे यूज़ किए जाते होण, इकट्ठे सेल किए जाते होण सेम कस्टमर नूं। ठीक है, तो उन्हां दी प्राइस भी ऑलमोस्ट सेम होवे। ठीक है, उन्होंने किहदा नाम दिता जाता है, प्रोडक्ट लाइन का। ठीक है, तो जी पॉलिसी दे विच डील करती है या रूल्स एंड रेगूलेशन के अकॉर्डिंग कंपनी बनाती है, उन्होंने आपां किहदा नाम दिंदे आ, प्रोडक्ट लाइन पॉलिसी का। ठीक है, इहदे विच तुसीं जिवें हेयर एंड केयर की एग्जाम्पल लै लो कि इहदे विच की हुंदा है कि पहला हेयर मास्क लगाते हैं। ठीक है, फिर हेयर शैंपू होंदा है, फिर हेयर कंडीशनिंग होंदी है, दैन हेयर सीरम आता है। ठीक है, 4 प्रोडक्ट आ गए ना, मास्क, हेयर मास्क, दैन शैंपू, दैन कंडीशनर, दैन सीरम। ठीक है, हुण ये की है, क्लोज रिलेटिड प्रोडक्ट है। ठीक है, प्लस ये इक्को तरह की रिक्वायरमेंट नूं सैटिस्फाई करते हैं। ठीक है, क्लीनिंग ऑफ हेयर्स। ठीक है, दूजा की है कि यही इक्को टाइम ते कस्टमर यूज़ कर सकता है। ठीक है, एक दूजे की जिहड़ी यूज़ है उन्होंने इनहैंस करते हैं, है ना, उहदी जिहड़ी यूटिलिटी उन्होंने वधाउंदे हैं। ठीक है, सो ये किहड़े हो गए, इनू आपां की कहने प्रोडक्ट लाइन। ठीक है, मोस्टली ये कस्टमर की सेम रिक्वायरमेंट नू कंप्लीट करते हैं या सैटिस्फाई करने की कोशिश करते हैं, या फिर एक पर्टिकुलर ग्रुप होंदा है कस्टमर्स का, उन्होंने सैटिस्फाई करते हैं। ठीक है, जिवें देखो इत्थे इन्होंने एग्जाम्पल दी हुई है, कैमलिन इंडिया। जे तुहानूं पता होवे कैमलिन दे ना कलर्स आउंदे हैं,
ਬੁੱਕਸ ਨੋਟਬੁੱਕਸ ਆਉਂਦੀਆਂ, ਪੈਨਸਿਲਸ ਆਉਂਦੀਆਂ, ਹੈ ਨਾ। ਮਤਲਬ ਕੀ ਹੈ, ਇਹ ਕੰਪਨੀ ਕਿਹਦੇ ਵਿੱਚ ਡੀਲ ਕਰਦੀ ਹੈ, ਸਟੇਸ਼ਨਰੀ ਵਿੱਚ। ਠੀਕ ਹੈ, ਤਾਂ ਜਿਹਨੂੰ ਵੀ ਸਟੇਸ਼ਨਰੀ ਦੀ ਲੋੜ ਹੁੰਦੀ ਹੈ, ਜਿਵੇਂ ਆਫਿਸਿਸ ਨੂੰ ਜਾਂ ਕੰਪਨੀਜ਼ ਨੂੰ, ਤਾਂ ਉਹ ਕਿਹਦੇ ਤੋਂ ਐਕਵਾਇਰ ਕਰ ਸਕਦੀਆਂ, ਕੈਮਲਿਨ ਤੋਂ ਐਕਵਾਇਰ ਕਰ ਸਕਦੀਆਂ। ਠੀਕ ਹੈ, ਨੈਕਸਟ ਦੇਖੋ ਰਾਜੇ ਕੀ ਕਹਿੰਦੇ ਆ ਕਿ ਜਿਹੜਾ ਪ੍ਰੋਡਕਟ ਲਾਈਨ ਹੈ ਉਹ ਇੱਕ ਬਹੁਤ ਹੀ ਡਾਇਨਾਮਿਕ ਕੰਸੈਪਟ ਹੈ। ਠੀਕ ਹੈ, ਵਾਈਡਰ ਕੰਸੈਪਟ ਹੈ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨਕਲੂਡ ਕੀਤੀਆਂ ਜਾਂਦੀਆਂ। ਹੁਣ ਪ੍ਰੋਡਕਟ ਲਾਈਨ ਨੂੰ ਮੋਸਟਲੀ ਕੰਪਨੀ ਸੇਮ ਨਹੀਂ ਰੱਖਦੀ। ਠੀਕ ਹੈ, ਓਵਰ ਦਾ ਟਾਈਮ ਇਹਦੇ ਵਿੱਚ ਕੁਛ ਨਾ ਕੁਛ ਚੇਂਜਿਸ ਕਰਦੀ ਰਹਿੰਦੀ ਹੈ, ਜਿਹਨੂੰ ਕੀ ਕਿਹਾ ਜਾਂਦਾ ਹੈ, ਮੋਡੀਫਿਕੇਸ਼ਨ ਆਫ ਪ੍ਰੋਡਕਟ ਲਾਈਨ। ਠੀਕ ਹੈ, ਹੁਣ ਇਹ 2-3 ਤਰੀਕਿਆਂ ਨਾਲ ਹੋ ਸਕਦੀ ਹੈ। ਇੱਕ ਤਾਂ ਹੈਗਾ ਕੰਟਰੈਕਸ਼ਨ ਔਰ ਐਕਸਪੈਂਸ਼ਨ। ਠੀਕ ਹੈ, ਦੂਜਾ ਚੇਂਜਿੰਗ ਮੋਡਲਸ, ਤੀਜਾ ਕੁਆਲਿਟੀ ਸਟੈਂਡਰਡਸ। ਠੀਕ ਹੈ, ਪਹਿਲਾਂ ਦੇਖੋ ਰਾਜੇ, ਪਹਿਲਾਂ ਕਰਦੇ ਹਾਂ ਕੰਟਰੈਕਸ਼ਨ ਦਾ ਕੰਸੈਪਟ। ਠੀਕ ਹੈ, ਕੰਟਰੈਕਸ਼ਨ ਔਰ ਸਿੰਪਲੀਫਿਕੇਸ਼ਨ। ਇਹਦੇ ਵਿੱਚ ਕੀ ਹੈ ਰਾਜੇ ਕਿ ਜੇ ਕੋਈ ਵਾਹਵਾ ਸਾਰੀ ਪ੍ਰੋਡਕਟ ਹੋਣ ਕਿਸੇ ਪ੍ਰੋਡਕਟ ਲਾਈਨ ਵਿੱਚ, ਤਾਂ ਉਹਦੇ 'ਚੋਂ ਕੁਛ ਕੁ ਪ੍ਰੋਡਕਟ ਐਲੀਮੀਨੇਟ ਕਰ ਦੇਣਾ, ਰਿਮੂਵ ਕਰ ਦੇਣਾ। ਠੀਕ ਹੈ, ਜਾਂ ਇਹਦੇ ਵਿੱਚ ਮੇਜਰਲੀ ਕਿਹੜੇ ਪ੍ਰੋਡਕਟ ਰਿਮੂਵ ਕੀਤੇ ਜਾਂਦੇ ਆ, ਜਿਹੜੇ ਸੇਲ ਨਹੀਂ ਹੋ ਰਹੇ ਹੁੰਦੇ, ਜਿਨ੍ਹਾਂ ਤੋਂ ਕੰਪਨੀ ਨੂੰ ਪ੍ਰੋਫਿਟ ਨਹੀਂ ਹੋ ਰਿਹਾ ਹੁੰਦਾ, ਜਾਂ ਫਿਰ ਬਹੁਤ ਹੀ ਘੱਟ ਅਮਾਊਂਟ 'ਤੇ ਪ੍ਰੋਫਿਟ ਹੋ ਰਿਹਾ ਹੁੰਦਾ। ਠੀਕ ਹੈ, ਉਹ ਕੰਪਨੀ ਪ੍ਰੋਡਕਟ ਬਣਾਉਣਾ ਬੰਦ ਕਰ ਦਿੰਦੀ ਹੈ। ਠੀਕ ਹੈ, ਅਤੇ ਉਹਦੇ ਥਾਂ 'ਤੇ ਜਿੱਥੇ ਉਹ ਪ੍ਰੋਡਕਟ ਬਣ ਰਿਹਾ ਸੀਗਾ, ਜਾਂ ਜਿਹੜੇ ਖਰਚਾ ਉਹ ਪ੍ਰੋਡਕਟ ਨੂੰ ਬਣਾਉਣ ਦਾ ਆ ਰਿਹਾ ਸੀਗਾ, ਠੀਕ ਹੈ, ਜਦੋਂ ਪ੍ਰੋਡਕਟ ਬਣਾਉਣਾ ਬੰਦ ਹੋ ਗਿਆ ਤਾਂ ਉਹਦੇ ਜਿਹੜੇ ਰਿਸੋਰਸਿਸ ਸੀ ਉਹ ਕਿੱਥੇ ਯੂਜ਼ ਹੋ ਜਾਣਗੇ, ਕੰਪਨੀ ਦੇ ਉਹਨਾਂ ਪ੍ਰੋਡਕਟਸ ਨੂੰ ਬਣਾਉਣ ਵਿੱਚ ਜਿਹੜੇ ਜ਼ਿਆਦਾ ਪ੍ਰੋਫਿਟੇਬਲ ਹੈ। ਠੀਕ ਹੈ, ਜਿਨ੍ਹਾਂ ਦੀ ਸੇਲ ਅੱਛੀ ਹੈ। ਠੀਕ ਹੈ, ਸੋ ਇਹ ਵਾਲਾ ਕੰਸੈਪਟ ਜਦੋਂ ਕੰਪਨੀ ਯੂਜ਼ ਕਰਦੀ ਹੈ, ਇਹਨੂੰ ਕੀ ਕਹਿੰਦੇ ਆ, ਕੰਟਰੈਕਸ਼ਨ ਜਾਂ ਸਿੰਪਲੀਫਿਕੇਸ਼ਨ ਆਫ ਪ੍ਰੋਡਕਟ ਲਾਈਨ। ਇਹਦਾ ਉਲਟਾ ਹੁੰਦਾ ਰਾਜੇ ਐਕਸਪੈਂਸ਼ਨ। ਐਕਸਪੈਂਸ਼ਨ 'ਚ ਕੀ ਹੁੰਦਾ ਕਿ ਇੱਕ ਨਵਾਂ ਪ੍ਰੋਡਕਟ ਐਡ ਹੋ ਜਾਂਦਾ। ਠੀਕ ਹੈ, ਉਹ ਜ਼ਿਆਦਾ ਡਿਮਾਂਡ 'ਚ ਹੋ ਸਕਦਾ ਉਹਦਾ ਜਿਹੜਾ ਸੇਲ ਦਾ ਰੀਜਨ ਹੈ ਉਹ ਵੱਧ ਹੋਵੇ। ਠੀਕ ਹੈ, ਉਹਦੇ 'ਚ ਜਿਹੜੀਆਂ ਓਪਰਚੁਨਿਟੀਜ਼ ਨੇ ਉਹ ਜ਼ਿਆਦਾ ਹੋਣ, ਕਸਟਮਰ 'ਚ ਉਹਨਾਂ ਚੀਜ਼ਾਂ ਦੀ ਜ਼ਿਆਦਾ ਡਿਮਾਂਡ ਹੋਵੇ, ਹੈ ਨਾ। ਜਿਵੇਂ ਆਪਾਂ ਅੱਜ ਤੋਂ 15 ਸਾਲ ਪਹਿਲਾਂ ਦੇਖੀਏ ਤਾਂ ਸਿਰਫ ਸ਼ੈਂਪੂ ਲੋਕ ਯੂਜ਼ ਕਰਦੇ ਸੀਗੇ, ਹੈ ਨਾ। ਫਿਰ ਉਸ ਤੋਂ 10 ਸਾਲਾਂ ਬਾਅਦ ਲੋਕ ਸ਼ੈਂਪੂ ਪਲੱਸ ਕੰਡੀਸ਼ਨਿੰਗ ਕਰਨ ਲੱਗ ਗਏ। ਫਿਰ 5 ਸਾਲਾਂ ਬਾਅਦ ਕਿਹਦਾ ਕੰਸੈਪਟ ਆ ਗਿਆ, ਸ਼ੈਂਪੂ, ਕੰਡੀਸ਼ਨਿੰਗ, ਦੈਨ ਸਿਰਮ। ਅੱਜ ਦੇ ਟਾਈਮ 'ਚ ਕਿਹੜਾ ਕੰਸੈਪਟ ਹੈ, ਪਹਿਲਾਂ ਮਾਸਕ ਲਗਾਓ, ਦੈਨ ਸ਼ੈਂਪੂ ਕਰੋ, ਦੈਨ ਕੰਡੀਸ਼ਨਿੰਗ ਕਰੋ, ਦੈਨ ਸਿਰਮ, ਹੈ ਨਾ। ਸੋ ਇਹ ਜਿਹੜਾ ਟਾਈਮ ਟੂ ਟਾਈਮ ਐਡ ਹੋ ਰਿਹਾ ਪ੍ਰੋਡਕਟ, ਹੈ ਨਾ, ਇਹ ਕੀ ਹੈ, ਐਕਸਪੈਂਸ਼ਨ ਆਫ ਪ੍ਰੋਡਕਟ ਲਾਈਨ ਹੈ। ਠੀਕ ਹੈ, ਸਮਝ ਕੇ। ਚਲੋ ਨੈਕਸਟ ਦੇਖੋ ਰਾਜੇ, ਨੈਕਸਟ ਹੈ ਇਹਦੇ ਵਿੱਚ ਚੇਂਜਿੰਗ ਮੋਡਲਸ। ਠੀਕ ਹੈ, ਮੋਡਲਸ ਨੂੰ ਚੇਂਜ ਕਰਨਾ। ਮੋਡਲਸ ਨੂੰ ਚੇਂਜ ਕਰਨ ਦਾ ਮਤਲਬ ਕੀ ਹੈ ਕਿ ਐਗਜ਼ਿਸਟਿੰਗ ਪ੍ਰੋਡਕਟ ਵਿੱਚ ਉਹਦੇ ਸਟਾਈਲ ਨੂੰ ਬਦਲ ਦੇਣਾ, ਡਿਜ਼ਾਈਨ ਨੂੰ ਬਦਲ ਦੇਣਾ, ਕਲਰ ਨੂੰ ਬਦਲ ਦੇਣਾ, ਟੇਸਟ ਨੂੰ ਬਦਲ ਦੇਣਾ। ਠੀਕ ਹੈ, ਜਿਵੇਂ ਵੇਰਕਾ ਦਾ ਨਾ ਪਹਿਲਾਂ ਨੋਰਮਲ ਦੁੱਧ ਆਉਂਦਾ ਹੁੰਦਾ ਸੀਗਾ, ਹੈ ਨਾ, ਮਤਲਬ ਨੋਰਮਲ ਪੈਕਟਸ ਵਿੱਚ। ਫਿਰ ਉਹਨਾਂ ਨੇ ਕੀ ਕੀਤਾ, ਹੌਲੀ ਹੌਲੀ ਉਹਦੇ ਵਿੱਚ ਫਲੇਵਰਡ ਮਿਲਕ ਇੰਟਰੋਡਿਊਸ ਕੀਤਾ। ਠੀਕ ਹੈ, ਸੋ ਉਹ ਕੀ ਉਹਨਾਂ ਨੇ ਚੇਂਜ ਦਾ ਮਾਡਲ ਵਾਲਾ ਕੰਸੈਪਟ ਲਿਆਇਆ ਕਿ ਮਾਡਲ ਬਦਲ ਦਿਓ। ਜਾਂ ਫਿਰ ਤੁਸੀਂ ਕਾਰਸ 'ਚ ਆਮ ਵੇਖਿਆ ਹੋਏਗਾ, ਹੈ ਨਾ, ਕਿ ਸੇਮ ਕਾਰ ਹੁੰਦੀ ਹੈ ਬਟ ਅਗਲੇ ਸਾਲ ਉਹਦੇ ਮਾਡਲਸ ਬਦਲ ਜਾਂਦੇ ਆ, ਉਹਦੀ ਸ਼ੇਪ ਬਦਲ ਜਾਂਦੀ ਹੈ। ਠੀਕ ਹੈ, ਉਹਦੇ ਵਿੱਚ ਥੋੜ੍ਹੀ ਅਪਗ੍ਰੇਡੇਸ਼ਨ ਹੋ ਜਾਂਦੀ ਹੈ ਟੈਕਨੋਲੋਜੀ ਵਿੱਚ। ਜਿਵੇਂ ਤੁਸੀਂ ਸੋਫਟਵੇਅਰ ਹੀ ਲਗਾ ਲਓ, ਹੈ ਨਾ, ਜਿਵੇਂ ਇੰਸਟਾਗ੍ਰਾਮ ਜੇ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਦੇ ਯੂਜ਼ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਏਗਾ ਵੀ ਉਹਦਾ ਪਹਿਲਾ ਜਿਹੜਾ ਲੋਗੋ ਹੁੰਦਾ ਸੀਗਾ ਉਹ ਨਾ ਕਰੀਮ ਬਰਾਊਨਿਸ਼ ਚੋਕਲੇਟ ਇੱਦਾਂ ਦੇ ਕਲਰ ਦਾ ਹੁੰਦਾ ਸੀਗਾ। ਪਰ ਜੇ ਅੱਜ ਇੰਸਟਾਗ੍ਰਾਮ ਦਾ ਲੋਗੋ ਦੇਖਦੇ ਹਾਂ ਤਾਂ ਉਹ ਥੋੜ੍ਹਾ ਪਿੰਕਿਸ਼ ਐਂਡ ਵਾਇਲਟ ਕਲਰ ਦਾ, ਹੈ ਨਾ। ਸੋ ਉਹ ਕੀ ਹੋਇਆ, ਚੇਂਜ ਦਾ ਮਾਡਲ। ਠੀਕ ਹੈ, ਪਿੱਛੇ ਜੇ ਨਿਊਜ਼ ਆਈ ਸੀ ਵੀ ਕੈਡਬਰੀ ਵਾਲਿਆਂ ਨੇ ਆਪਣੀ ਪੈਕਿੰਗ ਚੇਂਜ ਕੀਤੀ ਹੈ, ਹੈ ਨਾ, ਅਤੇ ਉਹ ਆਲਮੋਸਟ ਸੇਮ ਹੈ, ਅਤੇ ਉਹ ਵੀ ਕੀ ਹੋਇਆ, ਚੇਂਜ ਦਾ ਮਾਡਲ ਹੋਇਆ। ਠੀਕ ਹੈ, ਹੁਣ ਜਿਹੜੀਆਂ ਜੀਨਸ ਆਉਂਦੀਆਂ, ਠੀਕ ਹੈ, ਜੀਨਸ ਪਹਿਲਾਂ ਕਿਹੜੀਆਂ ਚੱਲਦੀਆਂ ਸੀਗੀਆਂ, ਨੈਰੋ ਜੀਨਸ ਚੱਲਦੀਆਂ ਸੀਗੀਆਂ। ਅੱਜ ਦੇ ਟਾਈਮ 'ਚ ਕਿਹੜੀਆਂ ਚੱਲਦੀਆਂ, ਬੂਟ ਕੱਟ ਚੱਲਦਾ ਜਾਂ ਸਟਰੇਟ ਫਿਟ ਚੱਲਦਾ, ਹੈ ਨਾ। ਕੱਪੜਾ ਤਾਂ ਉਹੀ ਹੈ, ਜੀਨ ਦਾ ਕੱਪੜਾ ਹੀ ਹੈ, ਬਟ ਉਹਦਾ ਕੀ ਹੈ, ਸਟਾਈਲ ਚੇਂਜ ਹੋ ਗਿਆ, ਹੈ ਨਾ। ਪਹਿਲਾਂ ਥੱਲੋਂ ਨੈਰੋ ਹੁੰਦਾ ਸੀ, ਟਾਈਟ ਹੁੰਦਾ ਸੀ, ਹੁਣ ਥੱਲੋਂ ਕੀ ਹੈ, ਓਪਨ ਹੋ ਗਿਆ, ਵਾਈਡ ਹੋ ਗਿਆ, ਹੈ ਨਾ। ਸੋ ਕੀ ਹੈ, ਚੇਂਜਿੰਗ ਦਾ ਮਾਡਲ।
ठीक है। नैक्सट देखो राजे जो थर्ड ऑप्शन होंगे वो होंगे क्वालिटी स्टैंडर्ड का। क्वालिटी स्टैंडर्ड का तुहानूं पता ही है कि क्वालिटी नूं अपग्रेड कर दो या लो कर दो। ठीक है, अपग्रेड करांगे तो प्राइस वध जूगा। ठीक है, उन्होंने किहड़े लोग खरीदण लग जाएंगे जिहड़े जिन्हां दी इनकम ज़्यादा है। ठीक है, हाई मिडल क्लास या रिच क्लास खरीदण लग जूगी। जे तुसी क्वालिटी दे स्टैंडर्ड्स थोड़े घटा दिंदे हो, ठीक है, डाउनग्रेड कर दिंदे हो, तो उहदे विच की आ जांदा है, ਉਹਦਾ प्राइस घट जूगा। फिर ठीक है, ਉਹਦੇ ਵਿੱਚ ਤੁਹਾਨੂੰ ਉਹ ਕਸਟਮਰਸ ਲੈਣ ਲੱਗ ਜਾਣਗੇ ਪ੍ਰੋਡਕਟ ਜਿਨ੍ਹਾਂ ਦੀ ਲੋ ਇਨਕਮ ਹੈ। ਠੀਕ ਹੈ, ਜਿਵੇਂ ਪਹਿਲਾਂ ਜਦੋਂ ਨਵੇਂ ਮੋਬਾਈਲ ਚੱਲੇ ਸੀਗੇ ਉਹ ਕਿਸੇ ਕਿਸੇ ਕੋਲ ਹੁੰਦੇ ਸੀਗੇ ਹੈ ਨਾ, ਕਿਉਂਕਿ ਉਦੋਂ ਮੋਬਾਈਲ ਲੈਣਾ ਅਤੇ ਪਲੱਸ ਉਹਨੂੰ ਮੇਨਟੇਨ ਕਰਨਾ। ਠੀਕ ਹੈ, ਤਾਂ ਇਨਕਮਿੰਗ ਕਾਲ 'ਤੇ ਵੀ ਅਮਾਊਂਟ ਲੱਗਦੀ ਹੁੰਦੀ ਸੀਗੀ ਹੈ ਨਾ। ਉਦੋਂ ਕੀ ਸੀਗਾ, ਉਹ ਮਹਿੰਗੇ ਸੀਗੇ ਪ੍ਰੋਡਕਟ ਹੈ ਨਾ। ਸੋ ਹੌਲੀ ਹੌਲੀ ਕੀ ਹੋ ਗਿਆ, ਉਹਦੀ ਕੁਆਲਿਟੀ ਨਹੀਂ ਡਿਕਰੀਜ਼ ਹੋਈ। ਆਈ ਵੁੱਡ ਸੇ ਕਿ ਉਹਦਾ ਪ੍ਰਾਈਸ ਡਿਕਰੀਜ਼ ਹੋ ਗਿਆ ਹੈ ਨਾ। ਉਹ ਸਾਰਿਆਂ ਦੀ ਰੇਂਜ ਵਿੱਚ ਆਉਣ ਲੱਗ ਗਏ। ਸੋ ਉਹਦਾ ਕੀ ਹੈ, ਏਰੀਆ ਵੱਧ ਗਿਆ, ਸਕੋਪ ਵੱਧ ਗਿਆ, ਲੋਕ ਉਹਨੂੰ ਜ਼ਿਆਦਾ ਖਰੀਦਣ ਲੱਗ ਗਏ ਹੈ ਨਾ। ਅਤੇ ਉਹਦੇ ਨਾਲ ਕੀ ਹੈ, ਕੰਪਨੀ ਦੀ ਸੇਲ ਇਨਕਰੀਜ਼ ਹੋਈ ਅਤੇ ਕੰਪਨੀ ਨੂੰ ਪ੍ਰੋਫਿਟ ਵੱਧ ਹੋਇਆ ਹੈ ਨਾ, ਪ੍ਰਾਈਸ ਡਿਕਰੀਜ਼ ਕਰਨ ਨਾਲ। ਜਿਵੇਂ ਜੀਓ ਵਾਲਿਆਂ ਨੇ ਵੀ ਤਾਂ ਇਹੀ ਕੀਤਾ ਸੀ ਨਾ ਕਿ ਪਹਿਲਾਂ ਫ੍ਰੀ ਵਿੱਚ ਸਿਮ ਇੰਟਰੋਡਿਊਸ ਕੀਤੀ। ਠੀਕ ਹੈ, ਜਦੋਂ ਸਾਰੇ ਕਸਟਮਰਸ ਨੇ ਉਹਨਾਂ ਦੇ ਸਿਮ ਲੈ ਲਏ ਉਸ ਤੋਂ ਬਾਅਦ ਉਹਨੂੰ ਪੇਡ ਕਰਤਾ ਹੈ ਨਾ। ਤਾਂ ਅੱਜ ਦੇ ਟਾਈਮ 'ਚ ਉਹਨਾਂ ਨੂੰ ਕੀ ਹੈ, ਕਾਫੀ ਜ਼ਿਆਦਾ ਪ੍ਰੋਫਿਟ ਹੋ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਕਸਟਮਰ ਬੇਸ ਆ ਉਹ ਬਹੁਤ ਜ਼ਿਆਦਾ ਵੱਡਾ ਹੈ ਨਾ। ਸੋ ਉਹਨਾਂ ਦੀ ਸੇਲ ਜ਼ਿਆਦਾ ਹੈ, ਸੇਲ ਜ਼ਿਆਦਾ ਤਾਂ ਉਹਨਾਂ ਨੂੰ ਪ੍ਰੋਫਿਟ ਜ਼ਿਆਦਾ ਹੋਊਗਾ। ਠੀਕ ਹੈ, ਇਹ ਜਿਹੜਾ ਕੰਸੈਪਟ ਹੈ ਰਾਜੇ, ਇਹਨੂੰ ਟਰੇਡਿੰਗ ਅਪ ਜਾਂ ਟਰੇਡਿੰਗ ਡਾਊਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਠੀਕ ਹੈ, ਟਰੇਡਿੰਗ ਅਪ ਉਦੋਂ ਹੁੰਦਾ ਜਦੋਂ ਕੁਆਲਿਟੀ ਹਾਈ ਕੀਤੀ ਜਾਂਦੀ ਹੈ ਅਤੇ ਉਹਦਾ ਪ੍ਰਾਈਸ ਜਿਹੜਾ ਪ੍ਰੋਡਕਟ ਦਾ ਵਧਾ ਦਿੱਤਾ ਜਾਂਦਾ ਅਤੇ ਉਹਨੂੰ ਕਿਹੜੇ ਨਜ਼ਰੀਏ ਤੋਂ ਵੇਖਿਆ ਜਾਂਦਾ, ਸਟੇਟਸ ਸਿੰਬਲ ਤੋਂ ਜਾਂ ਪ੍ਰਸਟੀਜ ਦੇ ਸਿੰਬਲ ਤੋਂ। ਠੀਕ ਹੈ, ਟਰੇਡਿੰਗ ਡਾਊਨ ਕਦੋਂ ਹੁੰਦਾ, ਜਦੋਂ ਕੁਆਲਿਟੀ ਘਟਾ ਦਿੱਤੀ ਜਾਂਦੀ ਹੈ ਤਾਂ ਉਹਦਾ ਪ੍ਰਾਈਸ ਵੀ ਡਾਊਨ ਹੋ ਜਾਂਦਾ। ਠੀਕ ਹੈ, ਨੈਕਸਟ ਦੇਖੋ ਰਾਜੇ ਪ੍ਰੋਡਕਟ ਮਿਕਸ ਡਿਸੀਜ਼ਨ। ਠੀਕ ਹੈ, ਪ੍ਰੋਡਕਟ ਮਿਕਸ ਡਿਸੀਜ਼ਨ ਵਿੱਚ ਹੈ ਬੱਚੇ ਕਾਫੀ ਕੁਝ ਹੈ, ਚਲੋ ਕਰ ਲੈਂਦੇ ਹਾਂ। ਪ੍ਰੋਡਕਟ ਮਿਕਸ ਡਿਸੀਜ਼ਨ 'ਚ ਹੁੰਦਾ ਰਾਜੇ, ਜਾਂ ਇਹਨੂੰ ਅਸੋਰਟਮੈਂਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਠੀਕ ਹੈ, ਕੰਪਨੀ ਦੇ ਸਾਰੇ ਪ੍ਰੋਡਕਟਸ, ਠੀਕ ਹੈ, ਜਿੰਨੇ ਵੀ ਕੰਪਨੀ ਸੇਲ ਕਰਦੀ ਹੈ ਜਾਂ ਔਫਰ ਦਿੰਦੀ ਹੈ ਕਸਟਮਰਸ ਨੂੰ, ਠੀਕ ਹੈ, ਉਹ ਕਿਹੜੇ, ਉਹਨੂੰ ਆਪਾਂ ਕਿਹਦਾ ਨਾਮ ਦਿੰਦੇ ਹਾਂ, ਪ੍ਰੋਡਕਟ ਮਿਕਸ ਦਾ। ਠੀਕ ਹੈ, ਇਹਦੇ ਇੱਕ ਜਿਹੜਾ ਆਪਾਂ ਹੁਣ ਪ੍ਰੋਡਕਟ ਲਾਈਨ ਪਿੱਛੇ ਕਰਕੇ ਆਏ ਹਾਂ, ਠੀਕ ਹੈ, ਕੰਪਨੀ ਦੀਆਂ ਹੋ ਸਕਦਾ ਬਹੁਤ ਸਾਰੀਆਂ ਪ੍ਰੋਡਕਟ ਲਾਈਨਸ ਹੋਣ, ਉਹ ਸਾਰੀਆਂ ਪ੍ਰੋਡਕਟ ਲਾਈਨ ਦਾ ਕੋਂਬੀਨੇਸ਼ਨ, ਉਹਨਾਂ ਨੂੰ ਇਕੱਠਾ ਕਰਦੇ ਹਾਂ ਜਦੋਂ, ਉਹਨੂੰ ਆਪਾਂ ਕਿਹਦਾ ਨਾਮ ਦਿੰਦੇ ਹਾਂ, ਪ੍ਰੋਡਕਟ ਮਿਕਸ ਦਾ ਨਾਮ ਦਿੰਦੇ ਹਾਂ। ਠੀਕ ਹੈ, ਜਿਵੇਂ ਉੱਥੇ ਆਪਾਂ ਐਗਜ਼ਾਮਪਲ ਲਿੱਤੀ ਸੀਗੀ ਹੇਅਰ ਪ੍ਰੋਡਕਟਸ ਦੀ ਹੈ ਨਾ। ਸੋ ਹੇਅਰ ਪ੍ਰੋਡਕਟ ਦੀ ਕੀ ਹੈ, ਸਿੰਗਲ ਲਾਈਨ ਹੈ। ਜੇ ਕਾਸਮੈਟਿਕ ਪ੍ਰੋਡਕਟਸ ਵੀ ਉਹਦੇ ਨਾਲ ਲੈ ਲਿੱਤੇ ਜਾਣ, ਕਲੋਥਸ ਵੀ ਉਹਦੇ ਨਾਲ ਲੈ ਲਿੱਤੇ ਜਾਣ, ਤਾਂ ਉਹ ਕੀ ਬਣ ਗਈਆਂ, 3 ਪ੍ਰੋਡਕਟ ਲਾਈਨਸ ਬਣ ਗਈਆਂ। ਅਤੇ ਇਹ ਤਿੰਨੋਂ ਪ੍ਰੋਡਕਟਸ ਲਾਈਨ ਵਿੱਚ ਜੇ ਇੱਕ ਹੀ ਕੰਪਨੀ ਡੀਲ ਕਰਦੀ ਹੈ ਨਾ, ਸਪੋਜ਼ ਜਿਵੇਂ ਰਿਲਾਇੰਸ ਟਰੈਂਡ ਹੈ ਨਾ, ਉਹ ਡੀਲ ਕਰਦਾ, ਤਾਂ ਉਹ ਤਿੰਨੋਂ ਲਾਈਨਸ ਇਕੱਠੀਆਂ ਹੋ ਕੇ ਰਿਲਾਇੰਸ ਟਰੈਂਡ ਕੰਪਨੀ ਦਾ ਕੀ ਬਣ ਜਾਏਗਾ, ਪ੍ਰੋਡਕਟ ਮਿਕਸ। ਠੀਕ ਹੈ, ਪ੍ਰੋਡਕਟ ਮਿਕਸ ਵਿੱਚ ਰਾਜੇ ਬੇਸਿਕਲੀ 3 ਚੀਜ਼ਾਂ ਨੂੰ ਕੰਸੀਡਰ ਕੀਤਾ ਜਾਂਦਾ। ਠੀਕ ਹੈ, width of a product, ठीक है, length of a product mix and depth of a product mix। ठीक है, width of a product mix ਹੁੰਦਾ ਰਾਜੇ ਕਿ ਕਿੰਨੀਆਂ ਪ੍ਰੋਡਕਟ ਲਾਈਨਸ ਨੇ। ਠੀਕ ਹੈ, ਇੱਕ ਕੰਪਨੀ ਵਿੱਚ ਕਿੰਨੀਆਂ ਪ੍ਰੋਡਕਟ ਲਾਈਨਸ ਹੈ। ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, width of product। ਠੀਕ ਹੈ, length of product mix ਹੋ ਜਾਂਦਾ ਰਾਜੇ ਕਿ ਟੋਟਲ ਨੰਬਰ ਆਫ ਆਈਟਮਸ ਕਿੰਨੀ ਹੈ। ਠੀਕ ਹੈ, ਕਿ ਸਾਰੇ ਟੋਟਲ ਕਿੰਨੇ ਪ੍ਰੋਡਕਟਸ ਕੰਪਨੀ ਪ੍ਰੋਡਿਊਸ ਕਰਦੀ ਹੈ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ ਹੈ, ਲੈਂਥ ਆਫ ਅ ਪ੍ਰੋਡਕਟ ਮਿਕਸ। ਦੈਨ ਹੈ ਤੁਹਾਡੇ ਕੋਲ ਡੈਪਥ ਆਫ ਅ ਪ੍ਰੋਡਕਟ ਮਿਕਸ। ਡੈਪਥ ਆਫ ਪ੍ਰੋਡਕਟ ਮਿਕਸ 'ਚ ਆ ਜਾਂਦਾ ਰਾਜੇ ਕਿ ਇੱਕ ਪ੍ਰੋਡਕਟ ਲਾਈਨ ਵਿੱਚ ਕਿੰਨੇ ਪ੍ਰੋਡਕਟ ਨੇ, ਕਿੰਨੀ ਵੈਰਾਈਟੀ ਦੇ ਪ੍ਰੋਡਕਟ ਨੇ।
ठीक है। जिवें आपां उदों शैंपू की पिछे जी एग्जाम्पल की सीगी, मैनूं याद आ रहा कि ਉਹਦੇ ਵਿੱਚ ਕੀ ਸੀਗਾ, ਇੱਕ ਤਾਂ ऑयली हेयर ਲਈ शैंपू ਸੀਗਾ, दैन ਡਰਾਈ हेयर ਲਈ, ਡੈਂਡਰਫ हेयर ਲਈ, नॉर्मल हेयर ਲਈ, है ना। सो हुण शैंपू की है, एक प्रोडक्ट लाइन है, ठीक है। उस प्रोडक्ट लाइन ਵਿੱਚ ਅੱਗੇ ਕੀ है, 4-5 तरह के शैंपूज़ हैं। सो वो जो 4-5 तरह के शैंपूज़ हैं वो की बनते हैं, डेप्थ ऑफ द प्रोडक्ट मिक्स, ठीक है। नैक्सट देखो राजे, ये है हर कंपनी का अपना यूनीक प्रोडक्ट मिक्स होंदा है, ठीक है। कोई भी एज सच आइडल प्रोडक्ट मिक्स नहीं है, क्योंकि कंपनी टू कंपनी डिफर करता है कि कंपनी कोल किन्ने रिसोर्सिज हैं, कंपनी किन्ना कू इन्वैसट कर सकती है, ठीक है। कंपनी कोल किन्ना कू कस्टमर बेस है, ठीक है। सो अब एज सच कोई आइडल नहीं है, आइडियल सिचुएशन नहीं होंदी, बट फिर भी इन्होंने इत्थे 4 कू पॉइंट्स दिते हुए हैं कि आ जे 4 पॉइंट्स कंपनी फॉलो करती है तो वह जो प्रोडक्ट मिक्स है वो वधिया, ठीक है। दैन ये राजे जिहड़ियां सिचुएशनस ने वो ये आ जांदियां ने कि कंपनी कोल एक्सैस कैपेसिटी है, ठीक है, प्रोड्यूस करन दी, प्लस प्रोडक्ट नूं स्टोर करके रखन दी ते उन्हां नूं ट्रांसपोर्ट करन दी एक जगह तो दूजी जगह ते, ठीक है। दैन जिहड़ा हाई पोर्शन ऑफ प्रॉफिट्स है, ठीक है, ठीक है, वो किन्ना तो मिल रहा है, थोड़े प्रोडक्ट्स तो मिल रहा है, ठीक है। 80-20 रूल जो तुहानूं पता होवे, 80-20 रूल विच की हुंदा है कि जिहड़ा 80% प्रॉफिट हुंदा है, ठीक है, वो किन्ने प्रोडक्ट्स तो मिलता हुंदा है, 20% प्रोडक्ट्स तो मिलता हुंदा है, तो बाकी का जिहड़ा 20% प्रॉफिट है वो किन्ने प्रोडक्ट्स तो आंदा हुंदा है, 80% प्रोडक्ट्स तो आंदा हुंदा है, ठीक है। इनू की कहते हैं 80-20 रूल, ठीक है। देखो हाई पोर्शन ऑफ प्रॉफिट कि ज़्यादा वड्डा जिहड़ा पोर्शन है प्रॉफिट्स का, ठीक है, वो कितों मिल रहा है कंपनी नूं, फ्रॉम अ स्मॉल परसेंटेज ऑफ प्रोडक्ट आइटम्स, थोड़ियां प्रोडक्ट आइटम्स तो मिल रहा, ठीक है। मतलब इत्थे की लग गया 80-20 का रूल कि 80% प्रॉफिट किहदे तो मिल रहा है, 20% ऑफ प्रोडक्ट्स तो, ठीक है। दैन नैक्सट देखो इनसफिशेंट यूज़ ऑफ सेल फोर्स कॉन्ट्रैक्ट एंड स्किल, कि कंपनी कोल एज सच कोई इनसफिशेंट सेल फोर्स ना होवे, ठीक है, जिहदे कोल कॉन्टैक्ट्स ना होण या स्किल्स ना होवे सेल करन दियां। दैन स्टडी डिक्लाइनिंग सेल्स और प्रॉफिट्स, ठीक है, कि कंपनी दे जिहड़ियां सेल्स या प्रॉफिट विच थोड़ा थोड़ा डिक्लाइन हुंदा रहे, ठीक है। ये सारिया सिचुएशन किहदा किहड़ी फॉर्म दियां हुंदियां ने, जिहड़ा सब ऑप्टीमल प्रोडक्ट मिक्स होवे, ठीक है। क्योंकि आपां कोई बेस्ट प्रोडक्ट मिक्स तो नहीं डिसाइड कर सकते, बट की है ऑप्टीमम प्रोडक्ट मिक्स तो नहीं डिसाइड कर सकते, है ना। सो एक तरह ना थोड़ा जिहा ऑप्टीमम कह सकते हैं भी हाँ, जिथे आ सिचुएशनस एग्जिस्ट करती हैं तो ये कह सकते हैं भी हाँ उत्थे प्रोडक्ट मिक्स अच्छा है, ठीक है। देखो राजे टाइप्स ऑफ प्रोडक्ट मिक्स डिसीजन, हुण प्रोडक्ट मिक्स नूं लैके कंपनी कोल किहो जे डिसीजनस लैने पैंदे हैं, ठीक है। पहला तो आ जाता राजे प्रोडक्ट लाइन का एडिशन और डिलीशन, ठीक है, उही कि कोई प्रोडक्ट ऐड कर देना या कोई डिलीट कर देना, ठीक है। ये की आ जाऊगा राजे कि प्रोडक्ट लाइन नूं जिवें इत्थे इन्होंने एग्जाम्पल दी हुई है वॉशिंग मशीन की, ठीक है, आप भी उही लै लैंदे हैं। शैंपू वाली बहुत होगी, बहुत पुरानी हो गई, उन्होंने घड़ीस के पुरानी करती हो। ये जी मशीन की इन्होंने एग्जाम्पल दी हुई है, ठीक है। पहला इन्होंने गल की है भी जी मशीन सी वो इन्होंने सपोज अपग्रेड करती, ठीक है, वो हाई टैक्नोलॉजी लियांदी, हाई टैक्नोलॉजी यूज़ करके वो जो प्राइज़ है वो वध गया, ठीक है। तो उस चीज़ तो बाद जिहड़ा कस्टमर ने प्रोडक्ट खरीदया है मशीन वाला, ठीक है, वॉशिंग मशीन वाला, वो सिर्फ एक कपड़े वॉश करने वाली मशीन ही नहीं रह गई, वो एक तरह का स्टेटस सिंबल बन गई,
ठीक है, की बन गई वो स्टेटस सिंबल बन गई, क्योंकि वो अपग्रेडेड प्रोडक्ट है, लेटेस्ट टैक्नोलॉजी है, लोग उन्होंने फ्लॉन्ट करने लिए यूज़ करते हैं भी देखो मेरे को लेटेस्ट वॉशिंग मशीन है। ठीक है, ਉਹਦੇ ਵਿੱਚ ਹੁਣ ਇਹ ਵਾਲੀ ਵਾਸ਼ਿੰਗ ਮਸ਼ੀਨ ਕੰਪਨੀ ਨੇ ਇੰਟਰੋਡਿਊਸ ਕਰਤੀ। ਠੀਕ ਹੈ, ਇਹਨੂੰ ਕੌਣ ਖਰੀਦਦਾ? ਜਿਹੜੇ ਹਾਈ ਇਨਕਮ ਗਰੁੱਪਸ ਹੁੰਦੇ ਆ। ठीक है, प्लस ये किहड़ी है? ऑटोमेटिक मशीन है। ठीक है, ये वॉशिंग, क्लीनिंग, राइजिंग ते ड्राइंग अपने आप होंगी है। ठीक है, जी फुल ऑटोमैटिक मशीनस यूज़ होंगी हैं। ठीक है, वो वाली दैन कंपनी ने की किया कि उहदा जिहड़ी टैक्नोलॉजी है, ठीक है, ਉਹਦੇ 'ਚ ਉਹਨੂੰ फुल टैक्नोलॉजी यूज़ करन नालों कि मतलब फुली ऑटोमैटिक टैक्नोलॉजी यूज़ करन नालों ਉਹਨੂੰ मैनुअल मशीन बनाता। ठीक है, मैनुअल मशीन बनाने करके उन्होंने टैक्नोलॉजी घट यूज़ करनी पई। हुण उहदे विच की है? प्राइस घट गया। ठीक है, प्राइस घटन करके उहदा जिहड़ा कस्टमर बेस है वध जाएगा। ठीक है, क्योंकि उन्होंने हुण कौन अफोर्ड कर सकणगे? जिन्हां दे लो इनकम्स ने। ठीक है, लो इनकम्स होण जदों ग्रुप उन्होंने परचेज करेगा। ठीक है, ਉਹਦੇ ਵਿੱਚ लो इनकम ग्रुप ਵਿੱਚ ਜਿਹੜਾ ਵੀ ਪਹਿਲਾਂ ਉਹਨੂੰ ਬੰਦਾ ਪਰਚੇਜ਼ ਕਰੇਗਾ ਉਹ ਕੀ ਬਣ ਜਾਏਗਾ? ਇੱਕ ਤਰ੍ਹਾਂ ਦਾ ਓਪੀਨੀਅਨ ਲੀਡਰ ਬਣ ਜਾਏਗਾ ਵੀ ਹਾਂ ਉਹ ਮਸ਼ੀਨ ਕਿਵੇਂ ਦਾ ਕੰਮ ਕਰਦੀ ਹੈ, ਕਿਵੇਂ ਦਾ ਨਹੀਂ। ਠੀਕ ਹੈ, ਲੋਕੀ ਉਹਦੇ ਵਿੱਚ ਕੱਪੜੇ ਧੋਣ ਦੀ ਬਜਾਏ ਇਹ ਵੀ ਡੈਮੋਨਸਟ੍ਰੇਟ ਕਰਨ ਦੀ ਕੋਸ਼ਿਸ਼ ਕਰਨਗੇ ਵੀ ਹਾਂ ਸਾਡੇ ਕੋਲ ਮਸ਼ੀਨ ਹੈ। ਠੀਕ ਹੈ, ਕੱਪੜੇ ਧੋਣ ਵਾਲੀ ਉਹ ਆਪਣੇ ਗਵਾਂਢ ਵਿੱਚ, ਆਪਣੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਜਾਂ ਦੋਸਤ ਮਿੱਤਰ ਹੁੰਦੇ ਆ ਉਹਨਾਂ ਵਿੱਚ। ठीक है, सो इत्थे ये जिहड़ा कंसैप्ट है कि एक तो हायर क्लास नूं, ठीक है, ज़्यादा प्राइस ते सेल करना, सेम प्रोडक्ट च थोड़ी जी मॉडिफिकेशन करके या उहदी थोड़ी टैक्नोलॉजी डिक्रीज़ करके उन्होंने उहदा प्राइस घटा के उन्होंने लो इनकम ग्रुप नूं अवेलेबल कराउणा। ठीक है, इत्थे की है? प्रोडक्ट तो उही है ना, वॉशिंग मशीन है ना, पर उहदे विच की है? थोड़े जे फीचर्स चेंज करते। सो उहदा की है? जिहड़ी प्रोडक्ट लाइन है ਉਹਨੂੰ ਸਟਰੈਚ ਕਰਤਾ। ਠੀਕ ਹੈ, ਵਧਾਤਾ, ਉਹਦਾ ਕਸਟਮਰ ਬੇਸ ਇਨਕਰੀਜ਼ ਕਰਤਾ ਤਾਂ ਕਿ ਉਹਦੀ ਸੇਲ ਜ਼ਿਆਦਾ ਹੋਵੇ। ਠੀਕ ਹੈ, ਕੰਪਨੀ ਨੂੰ ਉਸ ਤੋਂ ਪ੍ਰੋਫਿਟ ਵੱਧ ਹੋਵੇ। ਠੀਕ ਹੈ, ਜਦੋਂ ਤਾਂ ਉਹ ਰਾਜੇ ਉੱਪਰ ਤੋਂ ਨੀਚੇ ਆਏ, ਠੀਕ ਹੈ, ਹਾਇਰ ਇਨਕਮ ਗਰੁੱਪ ਤੋਂ ਲੋਅਰ ਇਨਕਮ ਗਰੁੱਪ ਵੱਲ ਆਏ ਤਾਂ ਉਹ ਸਟਰੈਚ ਕਿਹੜਾ ਹੋਇਆ? ਡਾਊਨਵਰਡ ਹੋਇਆ। ਸਪੋਜ਼ ਜੇ ਉਹ ਡਾਊਨਵਰਡ ਮਾਰਕੀਟ ਤੋਂ ਜਾਂ लो इनकम मार्केट तो हाई इनकम मार्केट वाल जाते तो वो जिहड़ा स्ट्रैच सी प्रोडक्ट लाइन वाला किहड़ा हुंदा? अपवर्ड हुंदा। ठीक है, ठीक है, प्रोडक्ट लाइन च प्रोडक्ट ही उन्होंने ऐड किया है। ठीक है, टैक्नोलॉजी अपग्रेड करके या टैक्नोलॉजी घटा के। ठीक है, इनू की कहते हैं? मार्केट स्ट्रैचिंग करना। ठीक है, स्ट्रैचिंग दो तरह नाल होंदी है, अपवर्ड या डाउनवर्ड। जो हाई रेटिड प्रोडक्ट तो लो रेटिड प्रोडक्ट बनाने लग जाते हैं तो वह किहड़ा हो जाता है? डाउनवर्ड। जो लो रेटिड प्रोडक्ट तो हाई रेटिड प्रोडक्ट बनाने लग जाते हैं तो वह किहड़ा हो जाता है? अपवर्ड। ठीक है, जिवें इत्थे इन्होंने ना अगे भी एक सर्विस च भी एग्जाम्पल दी हुई है। कि सर्विस इत्थे इन्होंने एग्जाम्पल दी हुई है कि एक ताज ग्रुप्स हैं। ठीक है, होटैल्स होंदे हैं वो 5 स्टार 7 स्टार होटैल्स होंदे हैं। उन्हों का जिहड़ा रूम का रेंट हुंदा है ना, वो डिफर करता 10,000 to 12,000 to 50,000 इत्थे तक भी चला जाता। ठीक है, सो वो जिहड़ा उन्होंने देखा भी साडे कोल जिहड़े कस्टमर्स ने वो घट आउंदे ने। ठीक है, क्योंकि उन्होंने रेट ज़्यादा ने। सो उन्होंने की कीता? 3 स्टार होटैल्स बनाए जिन्हां दे प्राइस हो गए सपोज 5,000 2,500 1,500 च अवेलेबल। ठीक है, सो उहदे नाल की है कि जिहड़े घट इनकम वाले कस्टमर सीगे वो भी उन्हां नूं अप्रोच करन लगे, है ना। सो उत्थे की है? उन्हां दे कस्टमर बेस वध गए। कित्थे तां उन्हां कोल ओही बंदे आ सकदे सी जिहड़ा हाई प्रोडक्ट अफोर्ड कर सकदे सी। कित्थे अज दी डेट च उन्हां कोल किहड़े परसन आ रहे हैं? जिहड़े लो इनकम वाले हैं। ठीक है, जिहड़े लो प्राइस प्रोडक्ट भी अफोर्ड कर सकते हैं। सो कस्टमर बेस वध गया, मार्केट उन्हां दी एक्सपैंड कर गई, सेल इनक्रीज़ करेगी तो उहदे नाल की होगा? प्रॉफिट इनक्रीज़ होगा। ठीक है, देखो उन्होंने लिखा है ना, डाउनवर्ड स्ट्रैच इज एक्सप्लॉइटेड,
है ना, कि मतलब उन्होंने डाउनवर्ड स्ट्रैच करके अपना कस्टमर बेस ਵਧਾਇਆ। लो प्राइस प्रोडक्ट दे के मार्केट 'ਚ ज़्यादा ਓਪਰਚੁਨਿਟੀਜ਼ ਸੀ ਜਿਹੜੀਆਂ ਉਹਨਾਂ ਨੂੰ ਕੈਪਚਰ ਕੀਤਾ। ठीक है, ये तो होगी प्रोडक्ट लाइन एडिशन और डिलीशन। ठीक है, ਇਹਦੇ ਵਿੱਚ ਰਾਜੇ ਕੰਪਨੀ ਇਹ ਵੀ ਕਰ ਸਕਦੀ ਹੈ ਕਿ ਦੋਵੇਂ ਪ੍ਰੋਡਕਟ ਰੱਖੇ ਜਾਂ ਇੱਕ ਹੀ ਰੱਖ ਲਵੇ। ਠੀਕ ਹੈ, ਜਿਵੇਂ ਆਟੋਮੈਟਿਕ ਮਸ਼ੀਨ ਅਤੇ ਮੈਨੂਅਲ ਮਸ਼ੀਨ ਦੀ ਆਪਾਂ ਗੱਲ ਕੀਤੀ ਸੀ, ਹੋ ਸਕਦਾ ਕੰਪਨੀ ਦੋਨੋਂ ਹੀ ਪ੍ਰੋਡਕਟ ਰੱਖੇ। ਠੀਕ ਹੈ, ਜੇ ਦੋਵੇਂ ਹੀ ਪ੍ਰੋਡਕਟ ਰੱਖ ਰਹੀ ਹੈ ਤਾਂ ਉਹਦਾ ਕਿਹੜਾ ਨਾਮ ਦੇ ਜੂਗਾ, ਪ੍ਰੋਡਕਟ ਲਾਈਨ ਐਡੀਸ਼ਨ। ਜੇ ਉਹ ਆਟੋਮੈਟਿਕ ਬਣਾਉਣਾ ਬੰਦ ਕਰਕੇ ਸਿਰਫ ਮੈਨੂਅਲ ਹੀ ਬਣਾਉਣਾ ਸ਼ੁਰੂ ਕਰ ਦੇਵੇ, है ना, ਉਹਨੂੰ ਐਂ ਲੱਗੇ ਵੀ ਮੇਰੇ ਮੈਨੂਅਲ ਜ਼ਿਆਦਾ ਵਿਕ ਰਹੇ ਨੇ, ਇੱਥੇ ਕਸਟਮਰ ਬੇਸ ਜ਼ਿਆਦਾ, ਪ੍ਰੋਫਿਟ ਜ਼ਿਆਦਾ। ਠੀਕ ਹੈ, ਤਾਂ ਉਹ ਆਪਣਾ ਕੀ ਬਣ ਜੂਗਾ, ਪ੍ਰੋਡਕਟ ਲਾਈਨ ਡਿਲੀਸ਼ਨ। ਠੀਕ ਹੈ, ਇਹ ਥੋੜ੍ਹਾ ਜਿਹਾ ਨਾ ਬੁੱਕ 'ਚ ਇਹਨਾਂ ਨੇ ਘੁਮਾ ਫਿਰਾ ਕੇ ਲਿਖਿਆ ਹੋਇਆ, ਇਹ ਜ਼ਿਆਦਾ ਹੀ ਸਟਰੈਚ ਕੀਤਾ ਹੋਇਆ ਇਹਦੇ ਵਿੱਚ। ਤੁਸੀਂ ਮੈਨੂੰ ਲੱਗ ਰਿਹਾ ਥੋੜ੍ਹੇ ਜਿਹੇ ਇਸ ਪੁਆਇੰਟ ਵਿੱਚ ਕਨਫਿਊਜ਼ ਹੋਊਗੇ, ਬਟ ਡੋਂਟ ਵਰੀ, जिन्ना समझ आ रहा है ठीक है। जे कुछ कन्फ्यूजन हो रही है या दिक्कत आऊगी तो मेरे तो दोबारा पूछ लियो। ठीक है, नैक्सट देखो राजे, ऐ करते हैं, ज़्यादा लैक्चर लंबा हो जाऊगा, आप फिर अगे लैक्चर 'च कंटिन्यू करांगे। ठीक है, प्रोडक्ट मिक्स डिसीजनस। चलो ठीक है बच्चे।